ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਰਾਗ ਗੌੜੀ ਮਹਲਾ ਨੌਵਾਂ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਤੇ ਅਹਨਿਸ ਭਾਗੋ ਰਹਾਉ। ਸੁਖ ਦੁਖ ਦੋਨੋਂ ਸਮ ਕਰ ਜਾਣੈ, ਔਰ ਮਾਨ ਅਪਮਾਨਾ। ਹਰਖ ਸੋਗ ਤੇ ਰਹਿ ਅਤੀਤਾ, ਤਿਨ ਜਗ ਤਤ ਪਛਾਨਾ। ਉਸਤਤ ਨਿੰਦਾ ਦਉ ਤਿਆਗੈ, ਖੋਜੈ ਪਦ ਨਿਰਬਾਨਾ। ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਰਾਗ ਗੌੜੀ ਮਹਲਾ ਨੌਵਾਂ। ਸਾਧੋ ਮਨ ਕਾ ਮਾਨ ਤਿਆਗੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਪ ਪਾਵਨ 10 ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਜਿਸ ਪਾਵਨ ਬਾਣੀ ਨੂੰ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼੍ਰੀ ਰਾਮਸਰ ਸਾਹਿਬ ਵਿਖੇ ਬਾ ਤਰਤੀਬ ਲਿਖਵਾਇਆ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਾਅਦ 9ਵੇਂ ਪਾਤਸ਼ਾਹ, ਜਿਨ੍ਹਾਂ ਨੂੰ ਆਪਾਂ ਹਮੇਸ਼ਾ ਯਾਦ ਕਰਦੇ ਹਾਂ, ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਧ ਆਵੈ ਧਾਏ, ਸਭ ਥਾਈਂ ਹੋਈ ਸਹਾਏ। 9ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੋ ਬਾਣੀ ਉਚਾਰਨ ਕੀਤੀ, ਉਸ ਪਵਿੱਤਰ ਬਾਣੀ ਨੂੰ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਦੋਂ ਸਾਬੋ ਕੀ ਤਲਵੰਡੀ ਸਿੱਖ ਪੰਥ ਦੇ ਉਸ ਮਹਾਨ ਪਵਿੱਤਰ ਤਖਤ ਦਮਦਮਾ ਸਾਹਿਬ ਵਿਖੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਣੇ ਅਨੁਭਵ ਦੁਆਰਾ ਕੰਠੋਂ ਉਚਾਰਨ ਕੀਤਾ, ਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਉਸ ਨੂੰ ਲਿਖਦੇ ਸਨ। ਉਸ ਵੇਲੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵੀ ਲਿਖਵਾਈ। ਕਿਉਂ ਜੋ ਪਹਿਲੀ ਬੀੜ ਹੈ, ਜਿਸ ਨੂੰ ਕਰਤਾਰਪੁਰੀ ਬੀੜ ਕਿਹਾ ਜਾਂਦਾ ਹੈ, ਉਹ 5ਵੇਂ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਵਾਈ। ਲਿਖਾਰੀ ਸਨ ਭਾਈ ਸਾਹਿਬ ਭਾਈ ਗੁਰਦਾਸ ਜੀ। ਤੇ ਜਿਹੜੀ ਦਮਦਮੇ ਸਾਹਿਬ ਵਾਲੀ ਬੀੜ ਹੈ, ਉਸ ਬੀੜ ਨੂੰ ਰਚਣ ਵਾਲੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਨ, ਤੇ ਲਿਖਾਰੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸਨ। ਔਰ ਇਸ ਢੰਗ ਦੇ ਨਾਲੇ 9ਵੇਂ ਪਾਤਸ਼ਾਹ ਦੀ ਬਾਣੀ ਚੜ੍ਹਾਈ ਗਈ, ਤੇ ਇਸ ਪਵਿੱਤਰ
ਬੀੜ ਨੂੰ ਸੰਪੂਰਨ ਕੀਤਾ ਗਿਆ ਅਤੇ ਇਸ ਦੇ ਨਾਲ ਨਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਗੁਰਬਾਣੀ ਦੇ ਸੰਪੂਰਨ ਅਰਥ ਵੀ ਪੜ੍ਹਾਏ। ਬੇਅੰਤ ਗੁਰਸਿੱਖ ਸੰਗਤਾਂ ਨੇ ਕਥਾ ਦਾ ਲਾਹਾ ਪ੍ਰਾਪਤ ਕੀਤਾ ਹੈ। ਪਰ ਇਸੇ ਹੀ ਸੰਪੂਰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਜੋ ਖਾਲਸੇ ਪੰਥ ਦਾ ਪਵਿੱਤਰ ਤਖਤ ਹੈ ਉਸ ਥਾਂ ਤੇ ਗੁਰਤਾ ਗੱਦੀ ਵੀ ਬਖਸ਼ਿਸ਼ ਕੀਤੀ। ਇਸ ਢੰਗ ਦੇ ਨਾਲ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਦਾ ਪੁਨਰ ਉਚਾਰਨ ਕੀਤਾ ਸੀ। ਲਓ ਹੁਣ ਅੱਗੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਆਰੰਭ ਹੋ ਰਹੀ ਹੈ। ਇਸ ਬਾਣੀ ਦਾ ਜੋ ਉਚਾਰਨ ਦਾ ਕਾਰਨ ਹੈ ਇਹਦੇ ਬਾਰੇ ਸੰਪਰਦਾਇ ਵਿੱਚ ਮਹਾਂਪੁਰਖੇ ਦੱਸਦੇ ਸਨ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 27 ਸਾਲ ਬਾਬੇ ਬਕਾਲੇ ਵਿਖੇ ਪੂਰੇ ਵਿੱਚ ਬੈਠ ਕੇ ਵਾਹਿਗੁਰੂ ਦੀ ਭਗਤੀ ਸਿਮਰਨ ਦੇ ਵਿੱਚ ਲੀਨ ਰਹੇ ਤੇ ਜਦੋਂ 8ਵੇਂ ਸਤਿਗੁਰੂ ਸ੍ਰੀ ਹਰਿਕ੍ਰਿਸ਼ਨ ਤੇ ਆਈਐ ਜਿਸ ਡਿਠੈ ਸਭ ਦੁੱਖ ਜਾਏ ਇਹ ਬਚਨ ਆਖਿਆ, ਬਾਬਾ ਬਸ ਹੈ ਬੀਚ ਬਕਾਲੇ ਆਪਣੀ ਸੰਗਤ ਆਪ ਸੰਭਾਲੇ। ਤਾਂ ਉਸ ਵੇਲੇ ਸਾਹਿਬ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਤਾ ਗੱਦੀ ਤੇ ਸੁਸ਼ੋਭਿਤ ਹੋਏ। ਕੁਛ ਸੋਢੀਆਂ ਨੇ ਬੜੀ ਈਰਖਾ ਵੀ ਕੀਤੀ। ਇੱਥੋਂ ਤੱਕ ਧੀਰਮਲ ਨੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਤੇ ਗੋਲੀ ਵੀ ਚਲਾਈ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੁਝ ਸਮਾਂ ਉੱਥੇ ਰਹਿ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨਾਂ ਲਈ ਆਏ ਤੇ ਉਸ ਵੇਲੇ ਮੱਖਣ ਸ਼ਾਹ ਵੀ ਤੇ ਹੋਰ ਬੇਅੰਤ ਗੁਰਸਿੱਖ ਸੰਗਤਾਂ ਸਤਿਗੁਰੂ ਦੇ ਨਾਲ ਸਨ। ਪਰ ਉਸ ਵੇਲੇ ਸ੍ਰੀ ਦਰਬਾਰ ਸਾਹਿਬ ਜੀ ਦੇ ਪੁਜਾਰੀਆਂ ਦਾ ਕਬਜ਼ਾ ਸੀ ਜਿਹੜੇ ਪ੍ਰਿਥਵੀ ਦੀ ਸੰਤਾਨ ਸਨ ਔਰ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਜੀ ਨੂੰ ਕੁੰਡੇ ਲਾ ਦਿੱਤੇ, ਜੰਦਰੇ ਮਾਰ ਦਿੱਤੇ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੀ ਇਹ ਕਰਤੂਤ ਵੇਖ ਕੇ ਤੇ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨੀ ਡਿਉਢੀ ਦੇ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸੱਜੇ ਪਾਸੇ ਉਹ ਸਥਾਨ ਹੈ ਗੁਰਦੁਆਰਾ ਭੂਰਾ ਸਾਹਿਬ ਜਿਸ ਨੂੰ ਥੜਾ ਸਾਹਿਬ ਵੀ ਕਹਿੰਦੇ ਨੇ। ਉਸ ਥਾਂ ਤੇ ਕੁਝ ਸਮਾਂ ਬੈਠ ਕੇ ਭਜਨ ਪਾਠ ਕੀਤਾ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਉੱਥੋਂ ਚਲੇ ਗਏ। ਤੇ ਫਿਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਨ ਵਿੱਚ ਵਿਚਾਰ ਕੀਤੀ ਵੀ ਹੁਣ ਕਿਹੜੀ ਜਗ੍ਹਾ ਤੇ ਨਿਵਾਸ ਕੀਤਾ ਜਾਵੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕੀਰਤਪੁਰ ਸਾਹਿਬ ਆਏ ਔਰ ਉੱਥੇ ਵੀ ਸੋਢੀਆਂ ਦਾ ਹੀ ਉਸ ਵੇਲੇ ਉਸ ਨਗਰ ਦੇ ਉੱਤੇ ਬੋਲਬਾਲਾ ਸੀ। ਕੁਝ ਸਮਾਂ ਸਤਿਗੁਰੂ ਕੀਰਤਪੁਰ ਸਾਹਿਬ ਠਹਿਰੇ। ਉਸ ਤੋਂ ਬਾਅਦ ਕੀਰਤਪੁਰ ਸਾਹਿਬ ਜੀ ਦੇ ਨੇੜੇ ਮਾਖੋਵਾਲ ਪਿੰਡ ਸੀ। ਉਸ ਜਗ੍ਹਾ ਧਰਤੀ ਮੁੱਲ ਖਰੀਦ ਕੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਨਗਰ ਵਸਾਇਆ ਜਿਸ ਨੂੰ ਸ਼੍ਰੀ ਅਨੰਦਪੁਰ ਸਾਹਿਬ ਸਿੱਖ ਇਤਿਹਾਸ ਦੇ ਵਿੱਚ ਆਖਿਆ ਜਾਂਦਾ ਹੈ। ਸ਼੍ਰੀ ਅਨੰਦਪੁਰ ਸਾਹਿਬ ਨਗਰ ਵਸਾਉਣ ਤੋਂ ਬਾਅਦ ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੀਰਥ ਯਾਤਰਾ ਲਈ ਚੱਲ ਪਏ ਹਨ ਤੇ ਬਹੁਤ ਸਾਰੇ ਸਾਧੂ ਸੰਤ ਵੀ ਗੁਰੂ ਮਹਾਰਾਜ ਦੇ ਨਾਲ ਨੇ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਲੋਕਾਂ ਨੂੰ ਸਿੱਧੇ ਰਾਹ ਪਾਉਣ ਵਾਸਤੇ ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਧਰਨ ਅਰਥ ਹੈ। ਕੋਈ ਆਮ ਸੰਸਾਰੀ ਲੋਕਾਂ ਵਾਂਗੂ ਤੀਰਥਾਂ ਤੇ ਕੋਈ ਪਾਪ ਲਾਉਣ ਵਾਸਤੇ ਸਤਿਗੁਰੂ ਮਹਾਰਾਜ ਨੇ ਥੋੜ੍ਹਾ ਜਾਣਾ ਸੀ, ਬਲਕਿ ਉਹ ਤਾਂ ਲੋਕਾਂ ਦੀ ਕਲਿਆਣ ਵਾਸਤੇ ਸਤਿਗੁਰੂ ਨੇ ਤੀਰਥ ਯਾਤਰਾ ਦਾ ਇੱਕ ਬਹਾਨਾ ਬਣਾਇਆ। ਤੇ ਬੇਅੰਤ ਸਤਿਗੁਰੂ ਮਹਾਰਾਜ ਦੇ ਨਾਲ ਸਾਧੂ ਵੀ ਸਨ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਪ੍ਰਾਗਰਾਜ ਤੀਰਥ ਹੈ ਉੱਥੇ ਕਾਫੀ ਸਮਾਂ ਰੁਕੇ, ਜਿਸ ਦਾ ਜ਼ਿਕਰ ਕਲਗੀਧਰ ਪਾਤਸ਼ਾਹ ਨੇ ਵੀ ਆਪਣੀ ਰਚਨਾ ਬਚਿੱਤਰ ਨਾਟਕ ਦੇ ਵਿੱਚ ਕੀਤਾ ਹੈ।
जब ही जात तरबेणी पए पुन दान दिन करत बताए। ते और उथे ही तहीं प्रकाश हमारा पयो पटना शहर बिखै पव लयो। उथे साहिब सतगुरु धन श्री गुरु तेग बहादुर साहिब जी ने बेअंत गुरमत गुरसिੱਖੀ ਦਾ ਪ੍ਰਚਾਰ ਕੀਤਾ ਤੇ ਬਹੁਤ ਭੇਖਾਂ ਦੇ ਸਾਧੂ ਸਤਿਗੁਰੂ ਦੇ ਪਾਸ ਆਉਂਦੇ, ਤਰ੍ਹਾਂ ਤਰ੍ਹਾਂ ਦੇ ਸਵਾਲ ਕਰਦੇ ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਉਪਦੇਸ਼ ਦਿੰਦੇ, ਜਿਸ ਦਾ ਪ੍ਰਤੱਖ ਪ੍ਰਮਾਣ ਸਾਨੂੰ ਸਤਿਗੁਰੂ ਦੀ ਬਾਣੀ ਵਿੱਚੋਂ ਹੀ ਪ੍ਰਾਪਤ ਹੁੰਦਾ ਹੈ। ਇਹ ਜੋ ਪਹਿਲਾ ਸ਼ਬਦ ਹੈ, ਇਹਦੇ ਵਿੱਚ ਗੁਰੂ ਮਹਾਰਾਜ ਨੇ ਸਾਧੋ ਮਨ ਕਾ ਮਾਨ ਤਿਆਗੋ, ਸਾਧੋ ਸ਼ਬਦ ਦੁਆਰਾ ਉਹਨਾਂ ਸਾਧੂਆਂ ਨੂੰ ਸੰਬੋਧਨ ਕੀਤਾ ਹੈ। ਇਸ ਲਈ ਇਹ ਗੱਲ ਸਪਸ਼ਟ ਹੋ ਗਈ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਪਵਿੱਤਰ ਬਾਣੀ ਉਹਨਾਂ ਸਾਧੂਆਂ ਦੇ ਪ੍ਰਥਾਏ ਉਚਾਰਨ ਕੀਤੀ। ਆਰੰਭ ਦੇ ਵਿੱਚ ਸਤਿਗੁਰੂ ਮੰਗਲਾਚਰਨ ਕਰਦੇ ਹਨ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ, ਗੁਰ ਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰਾਗ ਗੌੜੀ ਮਹੱਲਾ ਨਾਵਾਂ, ਇਹਨੂੰ ਨੌਵਾਂ ਨਹੀਂ ਉਚਾਰਨ ਕਰਨਾ, ਨਾਵਾਂ ਉਚਾਰਨ ਕਰਨਾ ਹੈ, ਕਿਉਂਕਿ ਸੰਪਰਦਾਇ ਦੇ ਵਿੱਚ ਇਹਦਾ ਉਚਾਰਨ ਨਾਵਾਂ ਹੀ ਕਰਵਾਇਆ ਜਾਂਦਾ ਹੈ ਔਰ ਇਹਦੀ ਸੇਧ ਗੁਰਬਾਣੀ ਤੋਂ ਲਈ ਗਈ ਹੈ। ਨਾਵਾ ਖੰਡ ਸਰੀਰ, ਉੱਥੇ ਨਾਵਾਂ ਸ਼ਬਦ ਗੁਰੂ ਮਹਾਰਾਜ ਨੇ ਵਰਤਿਆ ਹੈ, ਇਸ ਲਈ ਮਹੱਲਾ ਨਾਵਾਂ ਹੀ ਉਚਾਰਨ ਕਰਨਾ ਸਹੀ ਹੈ। ਰਾਗ ਗੌੜੀ ਵਿੱਚ ਨੌਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਲੋ ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਗੌੜੀ ਮਹੱਲਾ ਨਾਵਾਂ, ਸਾਧੋ ਮਨ ਕਾ ਮਾਨ ਤਿਆਗੋ। ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਸਾਧੂਆਂ ਨੂੰ ਉਪਦੇਸ਼ ਦਿੰਦੇ ਹਨ, ਸਾਧੋ ਐ ਸਾਧੂ ਲੋਕੋ ਮਨ ਕਾ ਮਾਨ ਤਿਆਗੋ, ਤੁਸੀਂ ਆਪਣੇ ਮਨ ਦਾ ਮਾਣ ਛੱਡੋ। ਕਿਉਂਕਿ ਜਿਹੜਾ ਮਾਨ ਹੈ ਨਾ, ਇਹਦੀ ਪਕੜ ਬਹੁਤ ਡੂੰਘੀ ਹੈ। ਆਦਮੀ ਘਰ-ਬਾਰ ਵੀ ਛੱਡ ਸਕਦਾ ਹੈ, ਪਰਿਵਾਰ ਨੂੰ ਵੀ ਛੱਡ ਸਕਦਾ ਹੈ, ਮਾਇਆ ਨੂੰ ਵੀ ਛੱਡ ਸਕਦਾ ਹੈ, ਪਰ ਮਾਣ ਨਹੀਂ ਛੱਡਿਆ ਜਾਂਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਸਾਧੂਆਂ ਨੂੰ ਕਹਿੰਦੇ ਨੇ ਕਿ ਇਹ ਸਾਧੂ ਜਨੋ, ਤੁਸੀਂ ਆਪਣੇ ਮਨ ਦਾ ਮਾਣ ਛੱਡ ਦਿਓ। ਜਿਹੜੇ ਮਾਇਆ ਤਾਰੀ ਲੋਕ ਨੇ, ਉਹਨਾਂ ਨੂੰ ਮਾਇਆ ਦਾ ਮਾਣ ਹੁੰਦਾ ਹੈ, ਤੇ ਜਿਹੜੇ ਮਾਇਆ ਦੇ ਤਿਆਗੀ ਨੇ, ਉਹਨਾਂ ਨੂੰ ਤਿਆਗ ਦਾ ਮਾਣ ਹੋ ਜਾਂਦਾ ਹੈ। ਪਰ ਸਤਿਗੁਰੂ ਕਹਿੰਦੇ ਨੇ ਮਾਣ ਛੱਡਣਾ ਚਾਹੀਦਾ। ਭਗਤ ਕਬੀਰ ਜੀ ਨੇ ਇਹਦੇ ਬਾਰੇ ਬਹੁਤ ਸੁੰਦਰ ਲਿਖਿਆ ਹੈ। ਕਬੀਰ ਮਾਇਆ ਤਜੀ ਤੋ ਕਿਆ ਪਿਆ, ਜੋ ਮਾਣ ਤਜਿਆ ਨਹੀਂ ਜਾਏ। ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਇਹ ਜਿਹੜਾ ਮਾਣ ਹੈ ਨਾ, ਇਹ ਬਹੁਤ ਖਤਰਨਾਕ ਬਿਮਾਰੀ ਹੈ। ਹਜ਼ੂਰ ਕਹਿੰਦੇ ਇਹ ਤੇ ਇੱਕ ਲੂਣ ਦੀ ਖਾਣ ਹੈ। ਮਾਨ ਮੁਨੀ ਮੁਨਵਰ ਗਲੇ, ਇਸ ਹੰਕਾਰ ਦੀ ਖਾਣ ਦੇ ਵਿੱਚ ਬੜੇ ਬੜੇ ਮੁਨੀ, ਰਾਜ ਮੁਨੀ ਵੀ ਗਲ ਗਏ। ਭਾਵ ਰਿਸ਼ੀਆਂ ਮੁਨੀਆਂ ਨੂੰ ਵੀ ਮਾਣ ਹੋ ਗਿਆ ਆਪਣੀ ਤਪੱਸਿਆ ਦਾ, ਆਪਣੀ ਸਾਧਨਾ ਦਾ, ਆਪਣੀ ਘਾਲਣਾ ਦਾ। ਹਜ਼ੂਰ ਕਹਿੰਦੇ ਨੇ ਇਹ ਸਾਧੂ ਲੋਕੋ, ਇਹ ਜਿਹੜਾ ਹੰਕਾਰ ਹੈ ਬਹੁਤ ਖਤਰਨਾਕ ਬਿਮਾਰੀ ਹੈ, ਤੁਸੀਂ ਇਸ ਤੋਂ ਬਚੋ। ਐ ਸਾਧੂ ਲੋਕੋ, ਤੁਸੀਂ ਆਪਣੇ ਮਨ ਦਾ ਮਾਨ ਛੱਡ ਦਿਓ। ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਤੇ ਅਹਨਿਸ ਭਾਗੋ। ਤੇ ਹੋਰ ਕੀ ਕਰਨਾ ਹੈ? ਹਜ਼ੂਰ ਕਹਿੰਦੇ ਕਾਮ ਕ੍ਰੋਧ ਸੰਗਤ ਦੁਰਜਨ ਕੀ, ਤੇ ਇਹ ਕਾਮ ਕ੍ਰੋਧ ਆਦਿਕ ਜਿਹੜੇ ਵਿਕਾਰ ਨੇ, ਇਹਨਾਂ ਦਾ ਵੀ ਖਹਿੜਾ ਛੱਡੋ। ਕਿਉਂਕਿ ਸਤਿਗੁਰੂ ਦੇ ਬਚਨ ਹੈ, ਕਾਮ ਕ੍ਰੋਧ ਕਾਇਆ ਕੋ ਗਾਲੈ, ਜਿਉ ਕੰਚਨ ਸੁਹਾਗਾ ਟਾਲੈ। ਇਹ ਜਿਹੜੇ ਵਿਕਾਰ ਨੇ, ਇਹਨਾਂ ਦੀ ਜ਼ਿਆਦਾ ਪ੍ਰਵਿਰਤੀ ਸਰੀਰ ਨੂੰ ਗਾਲ ਕੇ ਰੱਖ ਦਿੰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਤੁਸੀਂ ਕਾਮ ਕ੍ਰੋਧ ਨੂੰ ਵੀ ਛੱਡੋ, ਤੇ ਇਸ ਦੇ ਨਾਲ ਹੀ ਸੰਗਤ ਦੁਰਜਨ ਕੀ, ਜਿਹੜੇ ਖੋਟੇ ਪੁਰਸ਼ਾਂ ਦੀ ਸੰਗਤ ਹੈ, ਭਾਵ ਜਿਹੜੇ ਦੁਸ਼ਟ ਆਦਮੀ ਨੇ,
ਵਿਕਾਰੀ ਨੇ, ਵਿਭਚਾਰੀ ਨੇ, ਹੰਕਾਰੀ ਨੇ, ਉਹਨਾਂ ਦੀ ਸੰਗਤ ਵੀ ਛੱਡ ਦਿਓ ਤਾਂ ਤੇ ਇਹ ਨਿਸਭਾਗੋ। ਹਜ਼ੂਰ ਕਹਿੰਦੇ ਨੇ ਭਾਈ ਇਹ ਜਿਹੜੇ ਵਿਕਾਰ ਨੇ ਤੇ ਮਾੜੀ ਸੰਗਤ ਹੈ ਦੁਸ਼ਟ ਪੁਰਸ਼ਾਂ ਦੀ, ਤਾਂ ਤੇ ਦਾ ਅਰਥ ਹੈ ਉਸ ਤੋਂ ਇਹ ਨਿਸਭਾਗੋ। ਰਾਤ ਦਿਨ ਭਾਗੋ ਦਾ ਅਰਥ ਹੈ ਪਰੇ ਰਹੋ, ਰਾਤ ਦਿਨ ਇਸ ਤੋਂ ਭੱਜ ਕੇ ਦੂਰ ਚਲੇ ਜਾਓ। ਜੇ ਕੋਈ ਦਿਨੇ ਮਿਲੇ ਤਾਂ ਵੀ, ਜੇ ਕੋਈ ਰਾਤ ਨੂੰ ਮਿਲੇ ਕੁਸੰਗੀ ਪੁਰਸ਼, ਉਹਦੇ ਮੱਥੇ ਨਾ ਲੱਗੋ, ਉਸ ਤੋਂ ਪਾਸੇ ਰਹਿਣਾ ਚਾਹੀਦਾ ਹੈ। ਭਗਤ ਕਬੀਰ ਜੀ ਨੇ ਵੀ ਸਾਨੂੰ ਇਹੀ ਸਿੱਖਿਆ ਦਿੱਤੀ ਹੈ, ਕਬੀਰ ਸਾਕਤ ਸੰਗ ਨਾ ਕੀਜੀਐ, ਦੂਰਹਿ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤਉ ਕਛ ਲਾਗੈ ਦਾਗ। ਜੇ ਅਸੀਂ ਮਾੜੇ ਪੁਰਸ਼ਾਂ ਦੀ ਸੰਗਤ ਕਰਾਂਗੇ ਤੇ ਕੁਝ ਨਾ ਕੁਝ ਕਲੰਕ ਤਾਂ ਸਾਨੂੰ ਲੱਗ ਹੀ ਜਾਵੇਗਾ, ਕਿਉਂਕਿ ਬਦ ਨਾਲੋਂ ਬਦਨਾਮ ਬੁਰਾ। ਠੀਕ ਹੈ, ਅੱਗ ਦੇ ਵਿੱਚ ਹੱਥ ਪਾਓ, ਅੱਗ ਸਾਡੇ ਹੱਥ ਨੂੰ ਸਾੜਦੀ ਹੈ, ਪਰ ਜੇ ਅੱਗ ਦੇ ਵਿੱਚ ਲੋਹੇ ਦਾ ਟੁਕੜਾ ਸੁੱਟ ਦਿਓ ਤੇ ਉਹ ਅੱਗ ਦੇ ਸੇਕ ਦੇ ਨਾਲ ਇੰਨਾ ਲਾਲ ਸੁਰਖ ਹੋ ਜਾਂਦਾ ਹੈ ਤੇ ਤੁਸੀਂ ਉਹਨੂੰ ਹੱਥ ਲਾਓ, ਉਹਦਾ ਅੱਗ ਦੇ ਨਾਲੋਂ ਵੀ ਜ਼ਿਆਦਾ ਨੁਕਸਾਨ ਹੁੰਦਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਠੀਕ ਹੈ ਤੁਸੀਂ ਵਿਕਾਰਾਂ ਨੂੰ ਵੀ ਛੱਡੋ, ਪਰ ਜਿਹੜੇ ਦੁਸ਼ਟ ਪੁਰਸ਼ ਨੇ, ਖੋਟੇ ਪੁਰਸ਼ ਨੇ, ਬਈ ਉਹਨਾਂ ਦੀ ਮਾੜੀ ਸੰਗਤ ਤੋਂ ਵੀ ਬਚ ਕੇ ਰਵੋ। ਰਹਾਉ ਸੁਖ ਦੁਖ ਦੋਨੋਂ ਸਮ ਕਰ ਜਾਣੈ, ਔਰ ਮਾਨ ਅਪਮਾਨਾ। ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਅਸਲੀ ਤੱਤ ਨੂੰ ਉਸਨੇ ਪਛਾਣਿਆ ਹੈ ਜਿਸ ਨੇ ਐਸੀ ਅਵਸਥਾ ਧਾਰਨ ਕਰ ਲਈ ਹੈ, ਸੁਖ ਦੁੱਖ ਦੋਨੋਂ ਸਮ ਕਰ ਜਾਣੈ। ਜਿਹੜਾ ਸੁਖ ਨੂੰ ਵੀ ਤੇ ਦੁੱਖ ਨੂੰ ਵੀ ਇੱਕ ਸਮਾਨ ਕਰਕੇ ਜਾਣਦਾ ਹੈ। ਵੈਸੇ ਅਸੀਂ ਸੁਖ ਨੂੰ ਸੁਖ ਮੰਨਦੇ ਹਾਂ, ਦੁੱਖ ਨੂੰ ਦੁੱਖ ਮੰਨਦੇ ਹਾਂ, ਪਰ ਹਜ਼ੂਰ ਕਹਿੰਦੇ ਨੇ ਜਿਹੜਾ ਦੁੱਖ ਤੇ ਸੁਖ ਨੂੰ ਇੱਕ ਬਰਾਬਰ ਕਰਕੇ ਜਾਣਦਾ ਹੈ ਤੇ ਨਾਲ ਹੀ ਔਰ ਮਾਨ ਅਪਮਾਨਾ, ਤੇ ਜਿਹੜਾ ਮਾਨ ਦਾ ਅਰਥ ਹੈ ਸਤਕਾਰ ਤੇ ਅਪਮਾਨਾਂ ਦਾ ਅਰਥ ਹੈ ਨਿਰਾਦਰ, ਜਿਹੜਾ ਇਹਨਾਂ ਦੋਹਾਂ ਨੂੰ ਇੱਕ ਸਮਾਨ ਕਰਕੇ ਜਾਣਦਾ ਹੈ, ਇਹ ਅਸਲੀ ਸਾਧੂ ਦੀ ਅਵਸਥਾ ਸਤਿਗੁਰੂ ਮਹਾਰਾਜ ਬਿਆਨ ਕਰਦੇ ਨੇ। ਉਹੀ ਅਸਲੀ ਸਾਧੂ, ਉਹੀ ਮਹਾਂਪੁਰਖ ਹੋ ਸਕਦਾ ਹੈ। ਹਰਖ ਸੋਗ ਤੇ ਰਹਿ ਅਤੀਤਾ, ਤਿਨ ਜਗ ਤਤ ਪਛਾਨਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿਰ ਜਿਹੜਾ ਹਰਖ ਸ਼ੋਕ ਤੋਂ, ਖੁਸ਼ੀ ਗਮੀ ਤੋਂ ਵੀ ਹਮੇਸ਼ਾ ਲਈ ਅਤੀਤਾ ਦਾ ਅਰਥ ਹੈ ਬਰਕਤ ਹੋ ਕੇ ਰਹਿੰਦਾ, ਨਿਰਲੇਪ ਹੋ ਕੇ ਰਹਿੰਦਾ। ਤਿੰਨ ਜਗ ਤਤ ਪਛਾਨਾ, ਉਸਨੇ ਸੰਸਾਰ ਦੇ ਵਿੱਚ ਅਸਲੀ ਤੱਤ ਨੂੰ ਪਛਾਣ ਲਿਆ। ਤੱਤ ਕੀ ਹੈ? ਤੱਤ ਹੈ ਅਕਾਲ ਪੁਰਖ ਵਾਹਿਗੁਰੂ, ਕਿਉਂਕਿ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ ਤਬਹੀ ਆਤਮ ਤਤ ਕੋ ਦਰਸੈ ਪਰਮ ਪੁਰਖ ਕੈ ਪਾਵੈ। ਆਤਮ ਤਤ ਤੇ ਪਰਮ ਤਤ ਦੋ ਹੀ ਤਾਂ ਤਤ ਨੇ। ਹਜ਼ੂਰ ਕਹਿੰਦੇ ਨੇ ਜਿਸ ਨੇ ਇਹ ਦੇਵੀ ਗੁਣਾਂ ਨੂੰ ਤੇ ਸਮ ਅਵਸਥਾ ਨੂੰ ਧਾਰਨ ਕਰ ਲਿਆ, ਉਸਨੇ ਸੰਸਾਰ ਦੇ ਵਿੱਚ ਅਸਲੀ ਤੱਤ ਨੂੰ, ਤੱਤ ਕੀ ਹੈ? ਵਾਹਿਗੁਰੂ ਪਰਮੇਸ਼ਰ ਦੀ ਜੋਤ, ਤੇ ਉਸਨੂੰ ਉਹਨੇ ਪਛਾਣ ਲਿਆ। ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਬਾਨਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਉਸਤਤ ਤੇ ਨਿੰਦਾ ਦੋਹਾਂ ਨੂੰ ਛੱਡ ਦਿੰਦਾ ਹੈ, ਕਿਉਂਕਿ ਹਰ ਆਦਮੀ ਇਹ ਚਾਹੁੰਦਾ ਹੈ ਮੇਰੀ ਉਸਤਤ ਹੋਵੇ ਤੇ ਨਿੰਦਿਆ ਨਾ ਹੋਵੇ, ਪਰ ਹਜ਼ੂਰ ਕਹਿੰਦੇ ਜਿਹਨੂੰ ਆਪਣੀ ਵਡਿਆਈ ਦਾ ਵੀ ਸ਼ੌਕ ਨਹੀਂ ਹੈ ਤੇ ਜਿਹਨੂੰ ਨਿੰਦਿਆ ਤੋਂ ਵੀ ਕੋਈ ਡਰ ਨਹੀਂ ਹੈ, ਉਹ ਅਸਲੀ ਸਾਧੂ ਹੈ। ਪਰ ਹੁਣ ਜਿਹੜੇ ਵੱਡੇ ਵੱਡੇ ਸਾਧੂ ਮਹਾਤਮਾ ਨੇ ਉਹ ਵੀ ਆਪਣੀ ਨਿੰਦਿਆ ਤੋਂ ਘਬਰਾਉਂਦੇ ਨੇ ਤੇ ਆਪਣੀ ਵਡਿਆਈ ਸੁਣ ਕੇ ਬੜੇ ਖੁਸ਼ ਹੁੰਦੇ ਨੇ, ਪਰ ਹਜ਼ੂਰ ਕਹਿੰਦੇ ਨੇ ਨਹੀਂ, ਜਿਹੜਾ ਉਸਤਤ ਤੇ ਨਿੰਦਾ ਦੋਹਾਂ ਨੂੰ ਛੱਡ ਦਿੰਦਾ ਹੈ, ਨਾ ਵਡਿਆਈ ਦੀ ਇੱਛਾ ਰੱਖਦਾ ਨਾ ਨਿੰਦਿਆ ਨੂੰ ਸੁਣ ਕੇ ਘਬਰਾਉਂਦਾ ਹੈ, ਖੋਜੈ ਪਦ ਨਿਰਬਾਨਾ, ਉਹੀ ਅਸਲੀ ਨਿਰਵਾਣ ਪਦਵੀ ਨੂੰ, ਜਿਹੜੀ ਦੁੱਖ ਦਵੰਦਵਾਦ ਤੋਂ ਰਹਿਤ ਪਦਵੀ ਹੈ, ਤੇ ਉਸ ਨੂੰ ਉਹ ਖੋਜਦਾ ਹੈ। ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ ਕਿ ਐ ਸਾਧੂ ਲੋਕੋ ਇਹ ਖੇਲ ਹੈ ਬੜਾ ਕਠਨ, ਕਿਨਹੂ ਗੁਰਮੁਖ ਜਾਨਾ, ਪਰ ਕਿਸੇ ਵਿਰਲੇ ਨੇ ਹੀ ਗੁਰੂ ਦੀ ਕਿਰਪਾ ਦੇ ਨਾਲ ਇਸ ਨੂੰ ਜਾਣਿਆ ਹੈ। ਭਾਵ ਨਿਰਵਾਣ ਪਦਵੀ ਨੂੰ ਬਣਨਾ, ਅਸਲੀ ਫਕਰ ਪੁਣੇ ਨੂੰ ਧਾਰਨ ਕਰਨਾ, ਇਹ ਬਹੁਤ ਔਖਾ ਕਠਨ ਖੇਲ ਹੈ। ਭਗਤ ਕਬੀਰ ਜੀ ਨੇ ਬਹੁਤ ਸੁੰਦਰ ਲਿਖਿਆ ਹੈ। ਉਹ ਕਹਿੰਦੇ ਨੇ ਕਬੀਰ ਚਤਰਾਈ ਅਤ ਘਨੀ, ਹਰ ਜਪ ਹਿਰਦੈ ਮਾਹੇ, ਸੂਰੀ ਉੱਪਰ ਖੇਲਣਾ ਗਿਰੈ ਤਾਂ ਠਾਹਰ ਨਾਹੀਂ। ਵਾਹਿਗੁਰੂ ਦੀ ਭਗਤੀ ਕਰਨੀ ਸੂਲੀ ਉੱਤੇ ਖੇਡਣ ਵਾਲੀ ਗੱਲ ਹੈ।
ਜਾਂ ਨਾਨਕ ਇਹ ਖੇਲ ਕਠਨ ਹੈ। ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਵੀ ਇਹ ਬਚਨ ਕਹਿੰਦੇ ਨੇ, ਖੰਨੇ ਹੋ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਇਹ ਜਿਹੜਾ ਖੇਲ ਬੜਾ ਕਠਨ ਹੈ। ਖੰਡੇ ਦੀ ਧਾਰ ਤੇ ਵਾਲ ਨਾਲੋਂ ਵੀ ਛੋਟੇ ਰਸਤੇ ਤੇ ਤੁਰਨਾ ਪੈਂਦਾ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਗੁਰ ਸਿੱਖੀ ਬਾਰੀਕ ਹੈ ਖੰਡੇ ਤਾਰ ਗਲੀ ਅਤ ਭੀੜੀ, ਉੱਪਰ ਟਿਕੈ ਨਾ ਪੁਣਹਣਾ ਚੱਲ ਨਾ ਸਕੈ ਉੱਪਰ ਕੀੜੀ। ਇਹ ਕਿੰਨਾ ਕਠਨ ਖੇਲ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਾਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਖੇਲ ਬਹੁਤ ਔਖਾ ਹੈ। ਸਿਰ ਤਲੀ ਤੇ ਰੱਖਣਾ ਬਹੁਤ ਔਖਾ ਹੈ। ਕਿਸੇ ਹੋਰ ਵੀ ਕਵੀ ਨੇ ਬੜਾ ਸੁੰਦਰ ਲਿਖਿਆ ਹੈ, ਜੇ ਫਕੀਰ ਬਣਨਾ ਇਹ ਕੋਈ ਸੌਖਾ ਕੰਮ ਨਹੀਂ। ਫਕੀਰਾ ਫਕੀਰੀ ਦੂਰ ਹੈ, ਜਿਉ ਉੱਚੀ ਲੰਮੀ ਖਜੂਰ ਹੈ, ਚੜ ਜਾਏ ਤਾਂ ਪੀਵੇਂ ਪ੍ਰੇਮ ਰਸ, ਟਹਿ ਜਾਏ ਤਾਂ ਚਕਨਾ ਚੂਰ ਹੈ। ਇਸ ਲਈ ਸਾਧੂਆਂ ਨੂੰ ਉਪਦੇਸ਼ ਹੈ। ਹਜ਼ੂਰ ਕਹਿੰਦੇ ਨੇ ਇਹ ਜਿਹੜੀ ਫਕੀਰੀ ਦੀ ਮੰਜ਼ਿਲ ਹੈ ਤੇ ਸਾਧੂਆਂ ਦੀ ਭਗਤਾਂ ਦੀ ਮੰਜ਼ਿਲ ਬਹੁਤ ਦੂਰ ਹੈ। ਇਸ ਲਈ ਇਹ ਖੇਡ ਖੇਡਣਾ ਬੜਾ ਕਠਨ ਹੈ। ਕਿਨਹੂ ਗੁਰਮੁਖ ਜਾਣਾ, ਕਿਸੇ ਵਿਰਲੇ ਨੇ ਗੁਰੂ ਦੁਆਰਾ ਇਸ ਨੂੰ ਜਾਣਿਆ ਹੈ। ਗੌੜੀ ਮਹੱਲਾ ਨਾਵਾਂ, ਸਾਧੋ ਰਚਨਾ ਰਾਮ ਬਣਾਈ। ਤੇ ਫਿਰ ਸਾਧੂਆਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਹੁਣ ਹੋਰ ਉਪਦੇਸ਼ ਦਿਓ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਧੋ ਐ ਸਾਧੂ ਲੋਕੋ, ਐ ਸਾਧੂ ਜਨੋ, ਉਸ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਦੀ ਐਸੀ ਰਚਨਾ ਬਣਾਈ ਹੈ। ਇੱਕ ਬਿਨਸੈ ਇੱਕ ਅਸਥਿਰ ਮਾਨੈ, ਅਚਰਜ ਲਖਿਓ ਨਾ ਜਾਈ। ਇਹ ਵਾਹਿਗੁਰੂ ਦੀ ਰਚਨਾ ਬੜੀ ਅਚਰਜ ਹੈ। ਇਹਦੇ ਬਾਰੇ ਕੁਝ ਵੀ ਨਹੀਂ ਜਾਣਿਆ ਜਾਂਦਾ ਵੀ ਇਹ ਸੱਚੀ ਹੈ ਜਾਂ ਝੂਠੀ ਹੈ। ਇਹਦੇ ਬਾਰੇ ਕੋਈ ਨਿਰਣਾ ਨਹੀਂ ਕਰ ਸਕਦਾ। ਇਸੇ ਲਈ ਇਸ ਸੰਸਾਰ ਨੂੰ ਤੇ ਮਾਇਆ ਨੂੰ ਅਨਰਵਚਨੀ ਕਿਹਾ ਹੈ। ਤੇ ਅਨਰਵਚਨੀ ਦਾ ਮਤਲਬ ਵਿਧਾਨ ਦੇ ਵਿੱਚ ਇਹ ਲਿਖਿਆ ਹੋਇਆ ਹੈ, ਜਿਹੜੀਆਂ 9 ਜੁਗਤੀਆਂ ਨਾ ਸਹਾਰੇ ਉਹਨੂੰ ਅਨਰਵਚਨੀ ਕਿਹਾ ਜਾਂਦਾ ਹੈ। ਨਾ ਸਤ ਹੈ ਨਾ ਅਸਤ ਹੈ, ਨਾ ਸਤ ਅਸਤ ਉਭੇ ਹੈ, ਨਾ ਪੈਨ ਹੈ ਨਾ ਅਪੈਨ ਹੈ, ਨਾ ਪੈਨ ਅਪੈਨ ਉਭੇ ਹੈ, ਨਾ ਨਰਵੈਵੀ ਹੈ ਨਾ ਸਵੈਵੀ ਹੈ, ਨਾ ਨਰਵੈਵੀ ਸਵੈਵੀ ਉਭੇ ਹੈ। ਇਹ ਨੇ 9 ਜੁਗਤੀਆਂ ਵੀ ਜਿਹੜੀਆਂ ਇਹ 9 ਜੁਗਤੀਆਂ ਨਾਲ ਸਹਾਰੇ ਉਹਨੂੰ ਕਹਿੰਦੇ ਇਹ ਅਨਰਵਚਨੀ ਹੈ। ਇਹ ਮਾਇਆ ਵੀ ਸੰਸਾਰ ਦੀ ਰਚਨਾ ਵੀ ਅਨਰਵਚਨੀ ਹੈ। ਇੱਕ ਬਿਨਸ ਹੈ, ਇੱਕ ਪਾਸੇ ਆਦਮੀ ਮਰਦਾ ਹੈ ਤੇ ਇੱਕ ਅਸਰ ਮਨ ਹੈ, ਦੂਜੇ ਪਾਸੇ ਜਿਹੜਾ ਪਿਛਲਾ ਉਹ ਆਪਣੇ ਆਪ ਨੂੰ ਹਮੇਸ਼ਾ ਲਈ ਸਥਿਰ ਮੰਨਦਾ ਹੈ। ਅਚਰਜ ਲਖਿਓ ਨਾ ਜਾਈ, ਬੜੀ ਅਚਰਜ ਗੱਲ ਹੈ। ਇੱਕ ਪਾਸੇ ਦੁਨੀਆ ਮਰ ਰਹੀ ਹੈ ਤੇ ਦੂਸਰੇ ਪਾਸੇ ਜਿਹੜੇ ਦੁਨੀਆ ਵਿੱਚ ਇਸ ਵੇਲੇ ਰਹਿਣ ਵਾਲੇ ਮਨੁੱਖ ਨੇ ਉਹ ਆਪਣੇ ਆਪ ਨੂੰ ਹਮੇਸ਼ਾ ਲਈ ਇੱਥੇ ਰਹਿਣ ਵਾਲੇ ਸਮਝਦੇ ਨੇ। ਇਹ ਅਚਰਜੀ ਖੇਡ ਹੈ, ਇਹਦੇ ਬਾਰੇ ਕੁਛ ਨਹੀਂ ਜਾਣਿਆ ਜਾਂਦਾ। ਕਾਮ ਕ੍ਰੋਧ ਮੋਹ ਬਸ ਪ੍ਰਾਨੀ, ਕਾਮ ਕ੍ਰੋਧ ਮੋਹ ਬਸ ਪ੍ਰਾਨੀ, ਹਰ ਮੂਰਤ ਬਿਸਰਾਈ। ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵੇਖ ਲੋ ਇਸ ਮਨੁੱਖ ਨੇ ਕਾਮ ਕ੍ਰੋਧ ਮੋਹ ਬਸ ਪ੍ਰਾਣੀ, ਕਾਮ ਕ੍ਰੋਧ ਤੇ ਮੋਹ ਇਹਨਾਂ ਦੇ ਵਸ ਪੈ ਕੇ, ਪ੍ਰਾਣੀ ਦਾ ਅਰਥ ਹੈ ਇਸ ਪ੍ਰਾਣਾਧਾਰੀ ਜੀਵ ਨੇ ਹਰ ਮੂਰਤ ਬਿਸਰਾਈ। ਤੇ ਵਾਹਿਗੁਰੂ ਪਰਮੇਸ਼ਰ ਦੀ ਮੂਰਤ ਦਾ ਅਰਥ ਹੈ ਤਸਵੀਰ। ਉਹਦੀ ਹਸਤੀ ਉਹਦੀ ਹੋਂਦ ਨੂੰ ਮਨ ਤੋਂ ਭੁਲਾ ਹੀ ਦਿੱਤਾ ਹੈ। ਭਾਵ ਜਦੋਂ ਅਸੀਂ ਆਪਣੇ ਮਨ ਵਿੱਚ ਝਾਤ ਮਾਰ ਕੇ ਦੇਖਦੇ ਹਾਂ, ਕਿਧਰੇ ਕਾਮ ਡੇਰਾ ਲਾਈ ਬੈਠਾ ਹੈ, ਕਿਧਰੇ ਕ੍ਰੋਧ ਉਹ ਆਪਣਾ ਵਿਕਰਾਲ ਰੂਪ ਧਾਰਨ ਕਰਕੇ ਡਰਾ ਰਿਹਾ ਹੈ, ਤੇ ਕਿਧਰੇ ਮੋਹ ਸਾਨੂੰ ਨੀਂਦ ਦੀਆਂ ਗੋਲੀਆਂ, ਨਸ਼ੇ ਦੀਆਂ ਗੋਲੀਆਂ ਖਵਾ ਕੇ ਸਵਾ ਰਿਹਾ ਹੈ। ਕਾਮ ਕ੍ਰੋਧ ਮੋਹ ਦੇ ਵਸ ਹੋ ਕੇ ਜੀਵ ਨੇ ਹਰ ਮੂਰਤ ਬਿਸਰਾਈ। ਤੇ ਵਾਹਿਗੁਰੂ ਦੀ ਜੋ ਮੂਰਤ ਹਸਤੀ ਹੈ, ਉਸ ਵਾਹਿਗੁਰੂ ਦਾ ਸਰੂਪ ਹੈ, ਉਹਨੂੰ ਮਨ ਤੋਂ ਭੁਲਾ ਦਿੱਤਾ। ਝੂਠਾ ਤਨ ਸਾਚਾ ਕਰ ਮਾਨਿਓ, ਜੋ ਸੁਪਨਾ ਰਹਿ ਨਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵੇਖ ਲੋ ਸਰੀਰ ਹੈ ਤੇ ਝੂਠਾ ਨਾ। 5 ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ, ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਕਹਾਂ ਬਿਸਾਸਾ ਇਸ ਭਾਂਡੇ ਕਾ, ਇਤਨਕ ਲਾਗਾ ਠਨਕਾ। ਸਰੀਰ ਦਾ ਕੋਈ ਭਰੋਸਾ ਨਹੀਂ, ਪਰ ਇਹ ਝੂਠੇ ਤਨ ਨੂੰ ਅਸੀਂ ਸੱਚਾ ਕਰਕੇ ਮੰਨੀ ਬੈਠੇ ਹਾਂ। ਇਹਦੀ ਹਾਲਤ ਇਸ ਤਰ੍ਹਾਂ ਹੈ ਜਿਉਂ ਸੁਪਨਾ ਰਹਿ ਨਾਈ। ਜਿਵੇਂ ਅਸੀਂ ਰਾਤ ਨੂੰ ਸੁਪਨਾ ਦੇਖਦੇ ਹਾਂ, ਜਿੰਨਾ ਚਿਰ ਸੁੱਤੇ ਹੁੰਦੇ ਉਹਨਾਂ ਚਿਰ ਸੁਪਨਾ ਵੀ ਸੱਚਾ ਜਾਪਦਾ ਹੈ, ਤੇ ਜਦੋਂ ਅੱਖ ਖੁੱਲ੍ਹ ਜਾਵੇ ਤੇ ਫਿਰ ਸੁਪਨਾ ਝੂਠਾ ਹੋ ਜਾਂਦਾ ਹੈ।
ਇਸੇ ਤਰ੍ਹਾਂ ਮੋਹ ਮਾਇਆ ਦੀ ਨੀਂਦ ਵਿੱਚ ਅਸੀਂ ਆਪਣੇ ਤਨ ਨੂੰ ਵੀ ਤੇ ਆਪਣੇ ਸੰਸਾਰ ਨੂੰ ਵੀ, ਦੁਨੀਆ ਨੂੰ ਵੀ ਸੱਚੀ ਮੰਨੀ ਬੈਠੇ ਹਾਂ। ਤੇ ਜਦੋਂ ਕਿਸੇ ਨੂੰ ਗਿਆਨ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਫਿਰ ਉਹ ਸੰਸਾਰ ਨੂੰ ਸੁਪਨੇ ਵਾਂਗੂ ਝੂਠਾ ਸਮਝਦਾ ਹੈ। ਜੋ ਦੀਸੈ ਸੋ ਸਗਲ ਬਿਨਾਸੈ, ਜਿਉ ਬਾਦਰ ਕੀ ਛਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਵੀ ਕੁਝ ਦਿਸਦਾ ਹੈ ਸੋ ਸਗਲ ਬਿਨਾਸੈ, ਉਹ ਸਾਰਾ ਕੁਝ ਬਿਨਾਸਾ ਦਾ ਅਰਥ ਨਾਸ ਹੋ ਜਾਣਾ ਹੈ। ਇਹ ਇਸ ਤਰ੍ਹਾਂ ਦੀ ਹਾਲਤ ਹੈ ਜਿਉਂ ਬਾਦਰ ਕੀ ਛਾਈ, ਜਿਵੇਂ ਬੱਦਲ ਦੀ ਛਾਂ ਹੁੰਦੀ ਹੈ। ਬੱਦਲ ਦੀ ਛਾਂ ਬਹੁਤਾ ਚਿਰ ਨਹੀਂ ਖਲੋ ਸਕਦੀ, ਹਵਾ ਨਾਲ ਬੱਦਲ ਉੱਡਦਾ ਹੈ, ਕੁਝ ਸਮਾਂ ਛਾਂ ਰਹਿੰਦੀ, ਉਸ ਤੋਂ ਬਾਅਦ ਫਿਰ ਧੁੱਪ ਨਿਕਲ ਆਉਂਦੀ ਹੈ। ਇਸੇ ਤਰ੍ਹਾਂ ਜੋ ਵੀ ਕੁਝ ਅਸੀਂ ਸੰਸਾਰ ਦਾ ਰੰਗ ਰੂਪ ਜਾਂ ਸੁੱਖ ਵੇਖ ਰਹੇ ਹਾਂ, ਇਹ ਤੇ ਸਾਰਾ ਨਾਸਵੰਤ ਹੈ। ਜਿਵੇਂ ਬੱਦਲ ਦੀ ਛਾਂ ਨਹੀਂ ਇੱਕ ਥਾਂ ਤੇ ਟਿਕਦੀ, ਇਸੇ ਤਰ੍ਹਾਂ ਸੰਸਾਰ ਦੇ ਸੁੱਖ ਵੀ ਇੱਕ ਥਾਂ ਤੇ ਨਹੀਂ ਟਿਕ ਸਕਦੇ। ਜਨ ਨਾਨਕ ਜਗ ਜਾਣਿਓ ਮਿਥਿਆ, ਰਹਿਓ ਰਾਮ ਸਰਨਾਈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਮਨੁੱਖ ਨੇ ਵੀ ਇਹ ਸੰਸਾਰ ਨੂੰ ਮਿਥਿਆ ਜਾਣਿਆ ਹੈ, ਝੂਠਾ ਜਾਣਿਆ ਹੈ, ਰਹਿਓ ਰਾਮ ਸਰਨਾਈ, ਫਿਰ ਉਹ ਵਾਹਿਗੁਰੂ ਦੀ ਹਮੇਸ਼ਾ ਲਈ ਸ਼ਰਨ ਵਿੱਚ ਪੈ ਕੇ ਰਹਿੰਦਾ। ਭਾਵ ਉਹ ਸੰਸਾਰ ਨੂੰ ਝੂਠਾ ਜਾਣ ਕੇ ਤੇ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾਂਦਾ ਹੈ, ਕਿਉਂਕਿ ਵਾਹਿਗੁਰੂ ਦੀ ਸ਼ਰਨ ਸੱਚੀ ਹੈ। ਵਾਹਿਗੁਰੂ ਦੀ ਸ਼ਰਨ ਵਿੱਚ ਸੁਖ ਹੈ। ਪ੍ਰਭ ਕੀ ਸ਼ਰਨ ਸਗਲ ਪੈ ਲਾਥੇ, ਦੁਖ ਬਿਨ ਸੇ ਸੁਖ ਪਾਇਆ, ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਇਸੇ ਲਈ ਜਿਸਨੇ ਸੰਸਾਰ ਨੂੰ ਮਿਥਿਆ ਜਾਣਿਆ ਤੇ ਫਿਰ ਉਹੀ ਪਾਈ ਵਾਹਿਗੁਰੂ ਦੀ ਸ਼ਰਨ ਵਿੱਚ ਆ ਕੇ ਰਿਹਾ ਹੈ। ਗੌੜੀ ਮਹੱਲਾ ਨਾਵਾਂ, ਪ੍ਰਾਨੀ ਕਉ ਹਰ ਜਸ ਮਨ ਨਹੀਂ ਆਵੈ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਦੋ ਸ਼ਬਦਾਂ ਦੇ ਅੰਦਰ ਵੀ ਉਹਨਾਂ ਸਾਧੂਆਂ ਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤਾ ਸੀ, ਹੁਣ ਜਨ ਸਧਾਰਨ ਨੂੰ ਉਪਦੇਸ਼ ਦਿੰਦੇ ਹਨ। ਪ੍ਰਾਨੀ ਕਉ ਹਰ ਜਸ ਮਨ ਨਹੀਂ ਆਵੇ। ਹਜ਼ੂਰ ਕਹਿੰਦੇ ਇਹ ਜੋ ਪ੍ਰਾਣਾਧਾਰੀ ਜੀਵ ਹੈ, ਇਹਨੂੰ ਵਾਹਿਗੁਰੂ ਪਰਮੇਸ਼ਰ ਦਾ ਜਸ ਮਨ ਦੇ ਵਿੱਚ ਆਉਂਦਾ ਹੀ ਨਹੀਂ ਹੈ। ਇਹਦਾ ਅਸਲੀ ਮਤਲਬ ਇਹ ਹੈ ਵੀ ਇਹ ਜਿਹੜਾ ਜੀਵ ਹੈ, ਇਹਦੇ ਮਨ ਦੇ ਵਿੱਚ ਵਾਹਿਗੁਰੂ ਦੇ ਜਸ ਕਰਨ ਦਾ ਕਦੇ ਖਿਆਲ ਤੱਕ ਵੀ ਨਹੀਂ ਆਉਂਦਾ। ਅਸੀਂ ਸੋਚਦੇ ਵੀ ਨਹੀਂ ਵੀ ਸਾਨੂੰ ਬਾਣੀ ਪੜ੍ਹਨੀ ਚਾਹੀਦੀ ਹੈ, ਸਿਮਰਨ ਕਰਨਾ ਚਾਹੀਦਾ ਹੈ, ਸੰਗਤ ਵਿੱਚ ਜਾਣਾ ਚਾਹੀਦਾ ਹੈ। ਬਹੁਤੇ ਲੋਕ ਇਹੋ ਜਿਹੇ ਨੇ ਜਿਹੜੇ ਸੰਗਤ ਵਿੱਚ ਨਹੀਂ ਆਉਂਦੇ, ਉਹ ਇੱਥੇ ਸੰਸਾਰ ਦੇ ਵਿੱਚ ਜਿਹੇ ਆਏ ਜਿਹੇ ਨਾ ਆਏ, ਇਹੋ ਜਿਹੀ ਉਹਨਾਂ ਦੀ ਅਵਸਥਾ ਬਣੀ ਹੋਈ ਹੈ। ਹਜ਼ੂਰ ਕਹਿੰਦੇ ਨੇ ਪ੍ਰਾਨੀ ਕੋ ਹਰ ਜਸ ਮਨ ਨਹੀਂ ਆਵੇ। ਇਹ ਜਿਹੜਾ ਪ੍ਰਾਣਾਧਾਰੀ ਜੀਵ ਹੈ ਵੀ ਇਹਦੇ ਮਨ ਦੇ ਵਿੱਚ ਵਾਹਿਗੁਰੂ ਦੇ ਜਸ ਕਰਨ ਦਾ ਕਦੇ ਖਿਆਲ ਆਉਂਦਾ ਹੀ ਨਹੀਂ ਹੈ ਵੀ ਕਦੀ ਮੈਂ ਬਾਣੀ ਪੜ੍ਹ ਲਵਾਂ, ਕਦੇ ਸਿਮਰਨ ਕਰ ਲਵਾਂ, ਕਦੇ ਸਤਿਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਕੀਰਤਨ ਹੀ ਕਰ ਲਵਾਂ, ਜੇ ਨਹੀਂ ਕਰ ਸਕਦਾ ਬੈਠ ਕੇ ਸੁਣ ਹੀ ਲਵਾਂ। ਐਸਾ ਖਿਆਲ ਬੰਦੇ ਦੇ ਮਨ ਦੇ ਵਿੱਚ ਆਉਂਦਾ ਨਹੀਂ ਹੈ। ਇਹ ਨਿਸ ਮਗਨ ਰਹਿ ਮਾਇਆ ਮੈਂ, ਕਹੋ ਕੈਸੇ ਗੁਣ ਗਾਵੇ। ਤੇ ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਸਤਿਗੁਰੂ ਦੱਸਦੇ ਨੇ, ਅਹਨਿਸ ਮਗਨ ਰਹਿ ਮਾਇਆ ਮੈਂ। ਇਹ ਮਨੁੱਖ ਰਾਤ ਦਿਨ ਮਾਇਆ ਦੇ ਵਿੱਚ ਹੀ ਮਗਨ ਮਸਤ ਹੋਇਆ ਰਹਿੰਦਾ। ਬਸ ਸਾਰੇ ਪਾਸੇ ਮਾਇਆ ਦਾ ਹੀ ਬੋਲ ਬਾਲਾ ਹੈ। ਮਾਇਆ ਐਸੀ ਮੋਹਣੀ ਪਾਈ, ਜੇਤੇ ਜੀ ਤੇਤੇ ਡਹਿਕਾਈ। ਆਦਮੀ ਨਿਤਨੇਮ ਛੱਡ ਸਕਦਾ ਹੈ, ਪਰ ਜਿਸ ਪਾਸਿਓਂ ਮਾਇਆ ਮਿਲੇ ਤੇ ਉਸ ਪਾਸੇ ਜਾਣਾ ਨਹੀਂ ਛੱਡ ਸਕਦਾ। ਆਦਮੀ ਸੰਗਤ ਛੱਡ ਸਕਦਾ ਹੈ, ਪਰ ਆਪਣਾ ਕੰਮਕਾਰ ਨਹੀਂ ਛੱਡ ਸਕਦਾ। ਇਹ ਆਦਮੀ ਬਾਣੀ ਪੜ੍ਹਨੀ ਛੱਡ ਸਕਦਾ ਹੈ, ਪਰ ਇਹ ਜਿਹੜੇ ਹੋਰ ਪੈੜੇ ਗੀਤ ਸੰਗੀਤ ਨੇ ਉਹਨਾਂ ਨੂੰ ਨਹੀਂ ਛੱਡ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਰਾਤ ਦਿਨ ਮਾਇਆ ਦੀ ਖੁਮਾਰੀ ਵਿੱਚ ਹੀ ਮਸਤ ਹੋਇਆ ਰਹਿੰਦਾ। ਕਹੋ ਕੈਸੇ ਗੁਣ ਗਾਵੇ, ਦੱਸੋ ਫਿਰ ਇਹ ਵਾਹਿਗੁਰੂ ਦੇ ਗੁਣ ਕਿਵੇਂ ਗਾ ਸਕਦਾ? ਨਹੀਂ ਗਾ ਸਕਦਾ। ਪੂਤ ਮੀਤ ਮਾਇਆ ਮਮਤਾ ਸਿਓ, ਇਹ ਵਿਦ ਆਪ ਬੰਧਾਵੇ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਵੇਖ ਲਓ ਇਹ ਜਨ ਸਧਾਰਨ ਨੂੰ ਉਪਦੇਸ਼ ਹੈ। ਪੂਤ ਮੀਤ ਮਾਇਆ ਮਮਤਾ ਸਿਓ, ਪੁੱਤਰ ਤੇ ਮਿੱਤਰ ਤੇ ਮਾਇਆ ਦੀ ਮਮਤਾ ਦੇ ਨਾਲ ਇਹ ਵਿਦ ਆਪ ਬੰਧਾਵੇ। ਇਹ ਮਨੁੱਖ ਆਪਣੇ ਆਪ ਨੂੰ ਇਸ ਤਰ੍ਹਾਂ ਬਣਾ ਲੈਂਦਾ ਹੈ ਜਿਵੇਂ ਕੋਈ ਪਸ਼ੂ ਕਿੱਲੇ ਦੇ ਨਾਲ ਬੰਨਿਆ ਹੁੰਦਾ ਹੈ। ਮ੍ਰਿਗ ਤ੍ਰਿਸ਼ਨਾ ਜਿਉ ਝੂਠੋ ਇਹ ਜਗ, ਦੇਖ ਤਾਸ ਉਠ ਧਾਵੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਹੜਾ ਸੰਸਾਰ ਹੈ ਮ੍ਰਿਗ ਤ੍ਰਿਸ਼ਨਾ ਦੇ ਵਾਂਗੂ ਝੂਠਾ ਹੈ। ਮ੍ਰਿਗ ਤ੍ਰਿਸ਼ਨਾ ਕਿਸ ਨੂੰ ਕਹਿੰਦੇ ਨੇ? ਵੀ ਮਾਰੂ ਥਲਾਂ ਦੇ ਵਿੱਚ
ਜਦੋਂ ਦੁਪਹਿਰ ਦਾ ਵਕਤ ਹੁੰਦਾ ਹੈ ਤੇ ਰੇਤਾ ਬੜਾ ਚਮਕਦਾ, ਤੇ ਜਿਹੜਾ ਹਰਨ ਹੈ ਮਾਰੂ ਥਲ ਦੇ ਵਿੱਚ ਉਸ ਚਮਕਦੇ ਰੇਤੇ ਨੂੰ ਵੇਖ ਕੇ ਇਹ ਸੋਚਣ ਲੱਗ ਜਾਂਦਾ ਹੈ ਵੀ ਇੱਥੇ ਕੋਈ ਪਾਣੀ ਦਾ ਦਰਿਆ ਵਗ ਰਿਹਾ। ਉਹ ਰੇਤਾ ਹੀ ਇਸ ਤਰ੍ਹਾਂ ਚਮਕਦਾ ਹੈ ਦੂਰੋਂ ਜਿਵੇਂ ਕੋਈ ਪਾਣੀ ਦਾ ਦਰਿਆ ਵਗ ਰਿਹਾ ਹੋਵੇ। ਹਰਨ ਉੱਥੋਂ ਦੌੜ ਕੇ ਉਸ ਮਾਰੂ ਥਲ ਵੱਲ ਦੌੜਦਾ ਹੈ, ਤੇ ਜਦੋਂ ਉੱਥੇ ਜਾਂਦਾ ਹੈ ਤੇ ਉੱਥੇ ਫਿਰ ਉਹਨੂੰ ਪਾਣੀ ਨਹੀਂ ਨਸੀਬ ਹੁੰਦਾ। ਫਿਰ ਅੱਗੇ ਜਦੋਂ ਨਿਗਾਹ ਮਾਰਦਾ ਹੈ, ਤੁਸੀਂ ਇੱਧਰ ਰਾਜਸਥਾਨ ਰੇਗਿਸਤਾਨ ਵਿੱਚ ਚਲੇ ਜਾਓ, ਉੱਥੇ ਕਈ ਮੀਲਾਂ ਤੱਕ ਕਈ ਯੋਜਨਾ ਤੱਕ ਟਿੱਬੇ ਹੀ ਟਿੱਬੇ ਨੇ। ਤੇ ਹਰਨ ਫਿਰ ਅੱਗੇ ਦੌੜਦਾ, ਫਿਰ ਅੱਗੇ ਦੌੜਦਾ ਹੈ, ਪਰ ਪਾਣੀ ਤਾਂ ਕਿਧਰੇ ਵੀ ਉਸ ਨੂੰ ਨਸੀਬ ਨਹੀਂ ਹੁੰਦਾ, ਬਸ ਇੱਕ ਭਰਮ ਹੁੰਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਉਦਾਹਰਣ ਦਿੰਦੇ ਹਨ, ਤੇ ਜਿਹੜਾ ਸੰਸਾਰ ਹੈ ਵੀ ਮਿਰਗ ਤ੍ਰਿਸ਼ਨਾ ਦੇ ਪਾਣੀ ਵਾਂਗੂ ਝੂਠਾ ਹੀ ਹੈ। ਦੇਖ ਤਾਸ ਉੱਠਦਾ ਵੈ, ਇਹ ਜਿਹੜਾ ਮਨੁੱਖ ਹੈ ਹਰਨ ਵਾਂਗੂ ਇਸ ਮਾਇਆ ਦੇ ਰੰਗ ਰੂਪ ਵੇਖ ਵੇਖ ਕੇ, ਇਸ ਮਾਇਆ ਦੇ ਕਈ ਤਰ੍ਹਾਂ ਦੇ ਛਲ ਛਿੱਦਰ ਵੇਖ ਵੇਖ ਕੇ ਉਸ ਪਾਸੇ ਵੱਲ ਨੂੰ ਦੌੜ ਪੈਂਦਾ ਹੈ ਵੀ ਸ਼ਾਇਦ ਜੇ ਮੈਨੂੰ ਇੰਨੀ ਕੁ ਮਾਇਆ ਮਿਲ ਜਾਵੇ, ਇਹਦੇ ਨਾਲ ਮੈਨੂੰ ਸੰਤੁਸ਼ਟੀ ਆ ਜਾਵੇਗੀ, ਮੈਨੂੰ ਸੁੱਖ ਮਿਲੇਗਾ। ਤੇ ਪਰ ਉਦੋਂ ਜਦੋਂ ਸੰਤੁਸ਼ਟੀ ਨਹੀਂ ਆਉਂਦੀ ਫਿਰ ਅੱਗੇ ਵੱਲ ਝਾਕਦਾ, ਕਹਿੰਦਾ ਨਹੀਂ ਹਾਲੇ ਗੱਲ ਨਹੀਂ ਬਣੀ। ਸਹਿਸ ਕਟੇ ਲੱਖ ਕੋ ਉੱਠਤਾ ਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ, ਅਨਕ ਭੋਗ ਵਿਖਿਆ ਕੇ ਕਰੈ, ਨ ਤ੍ਰਿਪਤਾਵੈ ਖਪ ਖਪ ਮਰੈ। ਆਦਮੀ ਬਸ ਹਰਨ ਵਾਂਗੂ ਦੌੜਿਆ ਹੀ ਜਾਂਦਾ ਹੈ ਵੀ ਮੈਨੂੰ ਸ਼ਾਇਦ ਮਾਇਆ ਵਿੱਚੋਂ ਤ੍ਰਿਪਤੀ ਮਿਲ ਜਾਵੇ, ਵਡਿਆਈ ਵਿੱਚੋਂ ਤ੍ਰਿਪਤੀ ਮਿਲ ਜਾਵੇ, ਤੇ ਜਾਂ ਦੁਨੀਆ ਦੇ ਵਿਸ਼ਿਆਂ ਦੇ ਸੁੱਖਾਂ ਵਿੱਚੋਂ ਤ੍ਰਿਪਤੀ ਮਿਲ ਜਾਵੇ, ਪਰ ਕਿਧਰੇ ਵੀ ਤ੍ਰਿਪਤੀ ਨਹੀਂ ਮਿਲਦੀ। ਇਸ ਦੀ ਦੌੜ ਹੀ ਬਣੀ ਰਹਿੰਦੀ ਹੈ, ਤੇ ਆਦਮੀ ਹਰਨ ਵਾਂਗੂ ਭੁੱਲਿਆ ਹੋਇਆ ਇੱਕ ਮ੍ਰਿਗ ਤ੍ਰਿਸ਼ਨਾ ਦੇ ਪਾਣੀ ਵੱਲ ਨੂੰ ਦੌੜਿਆ ਹੀ ਦੌੜਿਆ ਫਿਰਦਾ ਹੈ। ਭੁਗਤ ਮੁਕਤ ਕਾ ਕਾਰਨ ਸੁਆਮੀ, ਮੂੜ ਤਾਹੇ ਬਿਸਰਾਵੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸਲੀ ਭੁਗਤ ਦਾ ਅਰਥ ਹੈ ਪਦਾਰਥ, ਤੇ ਮੁਕਤ ਦਾ ਅਰਥ ਹੈ ਮੁਕਤੀ। ਵੀ ਭੋਗ ਮੋਖ ਦਾ ਕਾਰਨ ਵਾਹਿਗੁਰੂ ਪਰਮੇਸ਼ਰ ਹੈ, ਤੇ ਮੂੜ ਤਾਹੇ ਬਿਸਰਾਵੈ, ਮੂਰਖ ਉਸ ਨੂੰ ਤੇ ਭੁਲਾਈ ਬੈਠਾ। ਜੇ ਸਾਨੂੰ ਦੁਨੀਆ ਦੇ ਸੁੱਖ ਵੀ ਚਾਹੀਦੇ ਨੇ ਤਾਂ ਵੀ ਵਾਹਿਗੁਰੂ ਦਾ ਸਿਮਰਨ ਕਰੋ। ਵੇਖ ਲਓ ਧਰੂ ਭਗਤ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਸੀ ਤੇ ਉਹਨੂੰ ਰਾਜ ਭਾਗ ਵੀ ਮਿਲ ਗਿਆ ਤੇ ਨਾਲ ਅਮਰ ਪਦਵੀ ਵੀ ਮਿਲ ਗਈ। ਇਸੇ ਲਈ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਭੋਗ ਮੋਖ ਦਾ ਕਾਰਨ ਹੈ, ਤੇ ਮੂਰਖ ਉਸ ਨੂੰ ਭੁਲਾਈ ਬੈਠਾ ਹੈ। ਜਨ ਨਾਨਕ ਕੋਟਨ ਮੈਂ ਕੋ, ਭਜਨ ਰਾਮ ਕੋ ਪਾਵੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਮਹਾਂਪੁਰਖ ਹੋਵੇਗਾ ਭਜਨ ਰਾਮ ਕੋ ਪਾਵੈ, ਜਿਹੜਾ ਰਾਮ ਦਾ ਭਜਨ ਪ੍ਰਾਪਤ ਕਰਦਾ ਹੈ। ਭਾਵ ਜਿਹੜਾ ਹਰ ਵੇਲੇ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਜੁੜਿਆ ਹੋਇਆ ਹੈ। ਪਿੱਛੇ ਵੀ ਸਤਿਗੁਰੂ ਨੇ ਆਖਿਆ ਸੀ, ਇੱਕ ਅੱਧ ਨਾਏ ਰਸੀੜਾ ਕਾ ਵਿਰਲੀ ਜਾਏ ਬੁੱਠੀ, ਕੋਟਨ ਮੈਂ ਨਾਨਕੋ ਨਾਰਾਇਣ ਜੇ ਚੀਤ। ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਮਹਾਂਪੁਰਖ ਹੈ ਵੀ ਜਿਹੜਾ ਵਾਹਿਗੁਰੂ ਦੇ ਭਜਨ ਨੂੰ ਪ੍ਰਾਪਤ ਕਰਦਾ ਹੈ। ਗੌੜੀ ਮਹੱਲਾ ਨਾਵਾਂ, ਸਾਧੋ ਇਹ ਮਨ ਗਹਿਓ ਨਾ ਜਾਈ। ਲਓ ਹੁਣ ਫੇਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਧੋ ਇਹੋ ਮਨ, ਔਂਕੜ ਲਾਇਆ ਕਰ ਜਿੱਥੇ ਹੋਵੇ, ਸਾਧੋ ਇਹੋ ਮਨ ਗਹਿਓ ਨਾ ਜਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਸਾਧੂਆਂ ਨੂੰ ਉਪਦੇਸ਼ ਦਿੰਦੇ ਹਨ ਕਿ ਇਹ ਸਾਧੂ ਜਨੋ, ਇਹ ਜਿਹੜਾ ਮਨ ਹੈ ਇੰਨਾ ਚੰਚਲ ਹੈ ਤੇ ਇੰਨਾ ਚੁਸਤ ਚਲਾਕ ਹੈ, ਗਹਿਓ ਨਾ ਜਾਈ, ਇਹ ਪਕੜਿਆ ਹੀ ਨਹੀਂ ਜਾਂਦਾ।